PTN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਅਨਮੋਲ ਬਿਸ਼ਨੋਈ ਅਤੇ ਸਚਿਨ ਥਾਪਨ ਸੰਬੰਧੀ ਵਿਦੇਸ਼ ਮੰਤਰਾਲੇ ਦਾ ਵੱਡਾ ਖੁਲਾਸਾ। ਗੈਂਗਸਟਰਾਂ ਖਿਲਾਫ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੇ ਦਿੱਲੀ ਪੁਲਿਸ ਨੇ ਕੱਸਿਆ ਕਾਬਲਾ। ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਤੋਂ ਲਾਰੈਂਸ ਦੀ ਮੰਗੀ ਕੁੰਡਲੀ। ਆਪ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੀ ਘਰੇਲੂ ਹਿੰਸਾ ਦੀ ਆਈ ਵੀਡੀਓ ਬਾਹਰ। ਸਸਤੇ ਭਾਅ ਰੇਤਾ ਤੇ ਬਜਰੀ ਦੇਣ ਲਈ ਪੰਜਾਬ ਸਰਕਾਰ ਦਾ ਨਵਾਂ ਤੇ ਵੱਡਾ ਫੈਸਲਾ। ਵਿਜੀਲੈਂਸ ਦੀ ਵੱਡੀ ਕਾਰਵਾਈ। ਹੇਰਾਫੇਰੀ ਕਰਕੇ ਸ਼ਾਮਲਾਟ ਦੀ 500 ਤੋਂ ਵੱਧ ਏਕੜ ਜ਼ਮੀਨ ਵੇਚਣ ਵਾਲੇ 2 ਮੁਲਜ਼ਮ ਗ੍ਰਿਫਤਾਰ। ਬਾਈਬਲ ਕਲਾਂ ਕਾਂਡ ਦੀ 16 ਸਤੰਬਰ ਨੂੰ ਜਥੇਬੰਦੀਆਂ ਕਰਨਗੀਆਂ ਰੂਪ ਰੇਖਾ ਤਿਆਰ ਅਤੇ ਕੁਝ ਹੋਰ ਮਹੱਤਵਪੂਰਨ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ, ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦੇ ਨਾਲ ਸੰਬੰਧਿਤ ਖਬਰ ਦੀ। ਤੁਹਾਨੂੰ ਯਾਦ ਹੋਣਾ ਕਿ 29 ਮਈ ਦੀ ਸ਼ਾਮ ਨੂੰ ਸਿੱਧੂ ਮੂਸੇਵਾਲੇ ਦਾ ਪਿੰਡ ਜਵਾਹਰਕੇ ਦੇ ਵਿੱਚ ਬੜੀ ਬੇਰਹਿਮੀ ਨਾਲ, ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਕਤਲ ਦੇ ਮਾਮਲੇ ਦੇ ਵਿੱਚ ਨਾਮਜ਼ਦ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਅਤੇ ਉਹਨਾਂ ਦੇ ਭਾਣਜੇ ਸਚਿਨ ਥਾਪਨ ਸੰਬੰਧੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹੁਣ ਆਖਰਕਾਰ ਸਪਸ਼ਟ ਕਰ ਦਿੱਤਾ ਹੈ ਕਿ ਇਹ ਫਰਜ਼ੀ ਪਾਸਪੋਰਟ ਦੀ ਮਦਦ ਦੇ ਨਾਲ ਵਿਦੇਸ਼ ਦੌੜ ਗਏ ਸੀ। ਇਹਨਾਂ ਨੂੰ ਕੀਨੀਆ ਤੇ ਅਜ਼ਰਬਾਈਜਾਨ ਦੇ ਵਿੱਚ ਡਿਟੇਨ ਕਰ ਲਿਆ ਗਿਆ ਹੈ ਤੇ ਨਾਲ ਇਹ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਬੜੀ ਜਲਦ ਇਹਨਾਂ ਨੂੰ ਭਾਰਤ ਲਿਆਂਦਾ ਜਾਏਗਾ। ਅਸਲ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਨੇ ਕੁਝ ਸਵਾਲ ਕੀਤੇ ਤੇ ਉਹਨਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਦੋਵਾਂ ਨੂੰ ਜਲਦ ਵਾਪਸ ਲਿਆਂਦਾ ਜਾਏਗਾ। ਮੂਸੇਵਾਲੇ ਕਤਲਕਾਂਡ ਦੇ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਨੇ ਵਾਰਦਾਤ ਤੋਂ ਤਕਰੀਬਨ 1 ਮਹੀਨਾ ਪਹਿਲਾਂ ਆਪਣੇ ਭਰਾ ਅਨਮੋਲ ਅਤੇ ਆਪਣੇ ਭਾਣਜੇ ਸਚਿਨ ਦੇ ਫਰਜ਼ੀ ਪਾਸਪੋਰਟ ਬਣਵਾਏ ਅਤੇ ਉਹਨਾਂ ਦੀ ਉਡਾਰੀ ਮਰਵਾ ਦਿੱਤੀ ਸੀ। ਹਾਲਾਂਕਿ ਸਿੱਧੂ ਦੇ ਕਤਲ ਤੋਂ ਬਾਅਦ ਸਭ ਤੋਂ ਪਹਿਲਾਂ ਮੀਡੀਆ ਦੇ ਸਾਹਮਣੇ ਆ ਕੇ ਸਚਿਨ ਨੇ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਉਹ ਖੁਦ ਇਸ ਵਾਰਦਾਤ ਵਿੱਚ ਸ਼ਾਮਲ ਸੀ। ਉਹਨੇ ਆਪਣੇ ਹੱਥੀਂ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰੀਆਂ, ਪਰ ਅਸਲ ਦੇ ਵਿੱਚ ਉਹ ਹਵਾਈ ਕਲਾ ਸੀ, ਇੰਜ ਨਹੀਂ ਸੀ। ਅਸਲ ਦੇ ਵਿੱਚ ਲਾਰੈਂਸ ਇਹ ਗੱਲ ਜਾਣਦਾ ਸੀ ਕਿ ਕਤਲ ਤੋਂ ਬਾਅਦ ਜੇਕਰ ਇਹ ਸਾਰੀ ਘਟਨਾ ਨੂੰ ਅਸੀਂ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਤਾਂ ਸਭ ਤੋਂ ਪਹਿਲਾਂ ਪੁਲਿਸ ਉਹਨਾਂ ਦੇ ਇਹ ਦੋਵੇਂ ਰਿਸ਼ਤੇਦਾਰਾਂ ਤੇ ਸ਼ਿਕੰਜਾ ਕਰ ਸਕਦੀ ਹੈ। ਇਸੇ ਚੀਜ਼ ਤੋਂ ਬਚਾਉਣ ਲਈ ਉਸਨੇ ਕੁਝ ਫਰਜ਼ੀ ਪਤੇ ਦਿੱਤੇ, ਫਰਜ਼ੀ ਨਾਮ, ਫਰਜ਼ੀ ਬਾਪ ਦਾ ਨਾਮ, ਸਭ ਕੁਝ ਦੇ ਕੇ ਪਾਸਪੋਰਟ ਬਣਵਾ ਦਿੱਤੇ ਤੇ ਵਿਦੇਸ਼ ਉਡਾਰੀ ਮਰਵਾ ਦਿੱਤੀ। ਤੇ ਵਾਰਦਾਤ ਤੋਂ ਬਾਅਦ ਜਾਂਚ ਦੇ ਵਿੱਚ ਜੁੱਟੀ ਮਾਨਸਾ ਪੁਲਿਸ ਦੇ ਹੱਥ ਕੇਕੜਾ ਲੱਗਿਆ ਸੀ ਜਿਹੜਾ ਕਿ ਰੇਕੀ ਕਰਿਆ ਕਰਦਾ ਸੀ। ਕੇਕੜਾ ਨੇ ਵੀ ਪੁੱਛਗਿੱਛ ਦੇ ਵਿੱਚ ਮੰਨਿਆ ਸੀ ਕਿ ਉਸਨੇ ਸਚਿਨ ਥਾਪਨ ਦੇ ਕਹਿਣ ਤੇ ਸਿਰਫ ਮੂਸੇਵਾਲਾ ਦੀ ਰੇਕੀ ਨਹੀਂ ਸੀ ਕੀਤੀ, ਸਗੋਂ ਉਸ ਨੂੰ ਸਚਿਨ ਨੇ ਇੱਕ ਪਿਸਤੌਲ ਵੀ ਦਿੱਤਾ ਸੀ। ਉਹ ਬਾਅਦ ਦੇ ਵਿੱਚ ਪੁਲਿਸ ਨੇ ਉਹਦੇ ਕੋਲੋਂ ਬਰਾਮਦ ਵੀ ਕੀਤਾ ਸੀ। ਦੋਵਾਂ ਮੁਲਜ਼ਮਾਂ ਦੇ ਕਾਬੂ ਆ ਜਾਣ ਤੋਂ ਬਾਅਦ ਹੁਣ ਪੁਲਿਸ ਦੇ ਨਿਸ਼ਾਨੇ ਤੇ ਵਿਦੇਸ਼ ਦੇ ਵਿੱਚ ਰਹਿੰਦੇ ਇਸ ਕਤਲ ਦੀ ਪੂਰੀ ਪਲੈਨਿੰਗ ਕਰਨ ਵਾਲੇ ਗੋਲਡੀ ਬਰਾੜ ਅਤੇ ਕਤਲ ਦੀ ਵਾਰਦਾਤ ਵਿੱਚ ਸ਼ਾਮਲ ਗੈਂਗਸਟਰ ਦੀਪਕ ਮੁੰਡੀ ਨੇ ਨਾਲ ਹੀ ਮਾਨਸਾ ਪੁਲਿਸ ਨੇ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਲਗਾਤਾਰ ਚੁੱਕੀ ਜਾ ਰਹੀ ਆਵਾਜ਼ ਤੋਂ ਬਾਅਦ ਇਸ ਮਾਮਲੇ ਵਿੱਚ ਸਿੱਧੂ ਦੇ ਦੋਸਤਾਂ ਦੇ ਵਿੱਚ ਸ਼ੁਮਾਰ ਰਹੇ ਜੋਤੀ ਪੰਧੇਰ ਅਤੇ ਕੰਵਰ ਗਰੇਵਾਲ ਨੂੰ ਵੀ FIR ਵਿੱਚ ਨਾਮਜ਼ਦ ਕੀਤਾ ਹੈ। ਇਹ ਦੋਵੇਂ ਵੀ ਇਸ ਵਕਤ ਵਿਦੇਸ਼ ਵਿੱਚ ਰਹਿੰਦੇ ਹੈ। ਸਚਿਨ ਅਤੇ ਅਨਮੋਲ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਉਹਨਾਂ ਨੂੰ ਭਾਰਤ ਲਿਆਂਦੇ ਜਾਣ ਤੋਂ ਬਾਅਦ ਉਮੀਦ ਹੈ ਕੁਝ ਹੋਰ ਨਵੇਂ ਤੇ ਵੱਡੇ ਖੁਲਾਸੇ ਹੋ ਸਕਦੇ ਹੈ, ਕਿਉਂਕਿ ਬੀਤੇ ਦਿਨੀ ਸਿੱਧੂ ਦੇ ਪਿਤਾ ਨੇ ਆਖਿਆ ਸੀ ਕਿ ਜਿਹੜੇ ਵਿਦੇਸ਼ ਵਿੱਚ ਚਲੇ ਗਏ ਉਹਨਾਂ ਨੂੰ ਵੀ ਫੜ ਕੇ ਲਿਆਂਦਾ ਜਾਵੇ, ਤਸੱਲੀ ਤਾਂ ਹੋਣੀ ਹੈ। ਲਗਾਤਾਰ ਸਿੱਧੂ ਮੂਸੇਵਾਲੇ ਦੇ ਕਤਲकांड ਵਿੱਚ ਕੁਝ ਨਾ ਕੁਝ ਨਵੀਂ ਜਾਣਕਾਰੀ ਹੈ ਤੇ ਇਸ ਜਾਂਚ ਦੇ ਵਿੱਚ ਤਰੱਕੀ ਹੋ ਰਹੀ ਹੈ। ਤੇ ਦੂਸਰੇ ਪਾਸੇ ਕਾਬਲਾ ਵੀ ਕੱਸਿਆ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਤੇ ਜਾਣਕਾਰੀ ਮਿਲੀ ਹੈ ਕਿ ਦਿੱਲੀ ਪੁਲਿਸ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ, ਜਿਸ ਨੂੰ ਯੂਆਪਾ ਕਹਿੰਦੇ ਆ, UAPA ਦੇ ਤਹਿਤ ਭਾਰਤ ਦੇ ਕੁਝ ਨਾਮੀ ਗੈਂਗਸਟਰਾਂ ਦੇ ਖਿਲਾਫ FIR ਦਰਜ ਕੀਤੀ ਹੈ। ਦਿੱਲੀ ਪੁਲਿਸ ਨੇ
ਉਹਨਾਂ ਦੇ ਸਪੈਸ਼ਲ ਸੈੱਲ ਨੇ ਇਹ ਕਾਰਵਾਈ ਦਿੱਲੀ ਅਤੇ ਪੰਜਾਬ ਦੇ ਦੋ ਵੱਡੇ ਗੈਂਗਾਂ ਦੇ ਕਈ ਨਾਮੀ ਗੈਂਗਸਟਰਾਂ ਦੇ ਵਿਰੁੱਧ ਕਰ ਦਿੱਤੀ ਹੈ, ਜਿਹੜੇ ਦਰਅਸਲ ਦਹਿਸ਼ਤ ਫੈਲਾਉਂਦੇ ਹੈ। ਇਹਨਾਂ ਗੈਂਗਸਟਰਾਂ ਵਿੱਚ ਲਾਰੈਂਸ ਬਿਸ਼ਨੋਈ ਗੈਂਗ, ਬੰਬੀਹਾ ਗੈਂਗ ਅਤੇ ਨੀਰਜ ਬਬਾਨੀਆ ਦਾ ਗੈਂਗ ਦੱਸਿਆ ਜਾ ਰਿਹਾ, ਤੇ ਇਹਦੇ ਨਾਲ ਇਹਨਾਂ ਦੇ ਦਰਜਨਾਂ ਜਿਹੜੇ ਗੈਂਗਸਟਰ ਨੇ ਜੁੜੇ ਹੋਏ ਨੇ ਇਹਨਾਂ ਦੇ ਨਾਲ, ਇਹਨਾਂ ਗੈਂਗਾਂ ਦੇ ਨਾਲ। ਉਹਨਾਂ ਦੇ ਖਿਲਾਫ UAPA ਤਹਿਤ 2 FIR ਦਰਜ ਕੀਤੀਆਂ ਗਈਆਂ ਨੇ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਹਨਾਂ ਮਾਮਲਿਆਂ ਦੇ ਵਿੱਚ UAPA ਇਸ ਐਕਟ ਦੇ ਤਹਿਤ ਜਿੱਥੇ ਮੁਕੱਦਮਾ ਦਰਜ ਕੀਤਾ ਹੈ, ਦੱਸਿਆ ਗਿਆ ਕਿ ਬੰਬੀਹਾ ਗੈਂਗ ਦੇ ਕੌਸ਼ਲ ਚੌਧਰੀ, ਲੱਕੀ ਪੜਿਆਲ ਅਤੇ ਹੋਰਨਾਂ ਗੈਂਗਸਟਰਾਂ ਦੇ ਖਿਲਾਫ UAPA ਦੇ ਤਹਿਤ FIR ਦਰਜ ਕੀਤੀ ਹੈ। ਦਰਅਸਲ ਇਹਨਾਂ ਸਾਰੇ ਗਰੋਹਾਂ ਤੇ ਕਾਰਵਾਈ ਕਰਨ ਲਈ ਹਰ ਹਾਲ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਸੀ ਕਿ ਕਾਰਵਾਈ ਕਰਾਂਗੇ, ਤੇ ਕਈ ਉੱਚ ਪੱਧਰੀ ਮੀਟਿੰਗਾਂ ਕੀਤੀਆਂ। 20 ਤੋਂ 25 ਅਗਸਤ ਦੇ ਦਰਮਿਆਨ ਦੱਸਿਆ ਜਾ ਰਿਹਾ ਕਿ 4 ਤੋਂ 5 ਮੀਟਿੰਗਾਂ ਹੋਈਆਂ। ਮੀਟਿੰਗਾਂ ਦੇ ਵਿੱਚ NIA, ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ, ਗ੍ਰਹਿ ਮੰਤਰਾਲਾ ਅਤੇ IB ਦੇ ਉੱਚ ਅਧਿਕਾਰੀ ਮੌਜੂਦ ਰਹੇ। ਇਸ ਮੀਟਿੰਗ ਦੇ ਵਿੱਚ ਫਿਰ ਇਹ ਫੈਸਲਾ ਕੀਤਾ ਗਿਆ ਕਿ ਇਹ ਗੈਂਗ ਅੱਤਵਾਦੀਆਂ ਵਾਂਗ ਕੰਮ ਕਰ ਰਹੇ ਨੇ, ਇਸ ਲਈ ਅੱਤਵਾਦੀ ਗਤੀਵਿਧੀਆਂ ਦੀ ਜਾਂਚ ਕਰ ਰਹੀ ਏਜੰਸੀ ਤੋਂ ਇਹਨਾਂ ਦੀ ਜਾਂਚ ਕਰਵਾਈ ਜਾਵੇ। NIA ਨੇ ਇਹਨਾਂ ਗੈਂਗਸਟਰਾਂ ਦਾ ਇੱਕ ਡੋਜ਼ੀਅਰ ਤਿਆਰ ਕੀਤਾ, ਜਿਸ ਦੇ ਵਿੱਚ ਕਿਹਾ ਗਿਆ ਕਿ ਟਾਰਗੇਟ ਕਿਲਿੰਗ ਕਰਨ ਵਾਲੇ ਇਹ ਗੈਂਗ ਦਹਿਸ਼ਤ ਦਾ ਦੂਸਰਾ ਨਾਮ ਬਣ ਚੁੱਕੇ ਨੇ। ਇਹ ਗੈਂਗਸਟਰ ਫਿਰ ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਆ, ਗੈਂਗਵਾਰ ਦਾ ਪ੍ਰਚਾਰ ਕਰਦੇ ਆ, ਆਪਣੇ ਅਪਰਾਧ ਤੇ ਗੈਂਗਵਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਫਿਰ ਵਾਇਰਲ ਕਰਦੇ ਆ। ਗੈਂਗ ਦਾ ਮੁਖੀ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਰੋਬਨ ਹੁੱਡ ਵਾਂਗ ਪ੍ਰਚਾਰਦਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਦਿੱਲੀ ਦੇ 2 ਵੱਡੇ ਗੈਂਗਸਟਰਾਂ ਸਮੇਤ ਕਈ ਅਣਪਛਾਤੇ ਗੈਂਗਸਟਰਾਂ ਦੇ ਖਿਲਾਫ ਆ ਜਿਹੜੀ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਿਹਾ ਕਿ UAPA ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੰਜਾਬ ਦੇ ਨਾਲ ਸੰਬੰਧਿਤ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਦੇ ਸਮੇਤ ਕਈ ਗੈਂਗਸਟਰਾਂ ਦੇ ਖਿਲਾਫ ਇਹ ਜਿਹੜੇ ਮਾਮਲੇ ਹੁਣ ਦਰਜ ਤਾਂ ਹੋ ਗਿਆ, ਭਾਵ ਚੂੜੀਆਂ ਕਾਬਲੇ ਹੋਰ ਟਾਈਟ ਹੋ ਗਏ ਹੈ। ਪਰ ਇਹਨਾਂ ਦੇ ਵਿੱਚੋਂ ਵੀ ਗੋਲਡੀ ਬਰਾੜ ਤੁਹਾਨੂੰ ਪਤਾ ਕਿ ਇਸ ਵਕਤ ਕੈਨੇਡਾ ਵਿੱਚ ਰਹਿ ਰਿਹਾ ਹੈ, ਤੇ ਨਾਲ ਹੀ ਕਈ ਗੈਂਗਸਟਰ ਉਹ ਨੇ ਜਿਹੜੇ ਪੰਜਾਬ, ਦਿੱਲੀ, ਰਾਜਸਥਾਨ, ਹਰਿਆਣਾ ਦੇ ਸਮੇਤ ਕਈ ਸੂਬਿਆਂ ਦੇ ਵਿੱਚ ਟਾਰਗੇਟਿੰਗ, ਕਿਲਿੰਗ ਨੂੰ ਅੰਜਾਮ ਦੇ ਚੁੱਕੇ ਨੇ, ਅੱਤਵਾਦੀ ਗਤੀਵਿਧੀਆਂ ਵਰਗੀਆਂ ਕਾਰਵਾਈਆਂ ਕੀਤੀਆਂ ਨੇ। ਇਸ ਕਰਕੇ ਇਹਨਾਂ ਦੇ ਉੱਤੇ ਇਹ ਧਾਰਾ ਦੇ ਅਧੀਨ ਮੁਕੱਦਮੇ ਦਰਜ ਕਰ ਦਿੱਤੇ ਗਏ ਹੈ। ਤੇ ਅਗਲੀ ਇਹ ਵੀ ਲਾਰੈਂਸ ਬਿਸ਼ਨੋਈ ਅਤੇ ਸਿੱਧੂ ਮੂਸੇਵਾਲਾ ਕਤਲकांड ਤੇ ਹੋਰਨਾਂ ਵਾਰਦਾਤਾਂ ਦੇ ਨਾਲ ਜੁੜੀ ਖਬਰ ਹੈ। ਸੁਪਰੀਮ ਕੋਰਟ ਨੇ ਦਰਅਸਲ ਲਾਰੈਂਸ ਬਿਸ਼ਨੋਈ ਜਿਹੜੇ ਇਸ ਵਕਤ ਪੰਜਾਬ ਪੁਲਿਸ ਦੀ ਕਸਟਡੀ ਵਿੱਚ ਨੇ, ਇਹਦੇ ਵਾਸਤੇ ਪੰਜਾਬ ਪੁਲਿਸ ਤੋਂ FIRs ਜਿੰਨੀਆਂ ਵੀ ਉਹਦੇ ਖਿਲਾਫ ਦਰਜ ਹੋਈਆਂ ਨੇ ਉਹਦਾ ਵੇਰਵਾ ਮੰਗ ਲਿਆ। ਜਾਣਕਾਰੀ ਦੇ ਅਨੁਸਾਰ ਸੁਪਰੀਮ ਕੋਰਟ ਦੇ ਜਸਟਿਸ ਅਜੇ ਰਸਤੋਗੀ ਅਤੇ ਜਸਟਿਸ VV ਨਾਗਰਥਨਾ ਦੇ ਬੈਂਚ ਨੇ ਪੰਜਾਬ ਪੁਲਿਸ ਨੂੰ ਬਿਸ਼ਨੋਈ ਦੇ ਖਿਲਾਫ ਦਰਜ FIR ਦੀ ਗਿਣਤੀ ਦੱਸੋ, ਕਹਿੰਦੇ ਕਿੰਨੀਆਂ। ਇੱਕ ਚਾਰਟ ਤਿਆਰ ਕਰਕੇ ਦਿਓ ਕਹਿੰਦੇ, ਜਿਸ ਦੇ ਵਿੱਚ ਸਾਰੀ ਡਿਟੇਲ ਹੋਵੇ ਕਿ ਕਿੰਨੀਆਂ FIRs ਨੇ ਤੇ ਕਿਹੜੇ-ਕਿਹੜੇ ਕੇਸ ਨੇ। ਸੁਪਰੀਮ ਕੋਰਟ ਇਸ ਮਸਲੇ ਦੀ ਹੁਣ ਅਗਲੀ ਸੁਣਵਾਈ 17 ਸਤੰਬਰ ਨੂੰ ਕਰੇਗੀ। ਸੁਪਰੀਮ ਕੋਰਟ ਦਰਅਸਲ ਇਹ ਜਾਣਨਾ ਚਾਹੁੰਦਾ ਹੈ ਕਿ ਬਿਸ਼ਨੋਈ 13 ਜੂਨ ਤੋਂ ਕਿਸ FIR ਦੇ ਤਹਿਤ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਬਿਸ਼ਨੋਈ ਨੂੰ ਲੈ ਕੇ ਪੁਲਿਸ ਇਹ ਵੀ ਦੱਸੇ ਕਿ ਭਵਿੱਖ ਦੇ ਵਿੱਚ ਉਹਨਾਂ ਦੀ ਯੋਜਨਾ ਕੀ ਹੈ, ਤੇ ਨਾਲ ਇਹ ਵੀ ਕਿਹਾ ਗਿਆ ਕਿ ਜੇਕਰ ਬਿਸ਼ਨੋਈ ਨੇ ਕੁਝ ਗਲਤ ਕੀਤਾ ਤਾਂ ਉਸ ਤੇ ਉਹਨੂੰ ਨਤੀਜੇ ਭੁਗਤਣੇ ਪੈਣਗੇ। ਦੱਸਣਾ ਬਣਦਾ ਕਿ ਮਾਨਯੋਗ ਅਦਾਲਤ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਪਿਤਾ ਦੇ ਵੱਲੋਂ ਪੰਜਾਬ ਪੁਲਿਸ ਨੂੰ ਟ੍ਰਾਂਜ਼ਿਟ ਰਿਮਾਂਡ ਨੂੰ ਚੁਣੌਤੀ ਦੇਣ ਦੇ ਲਈ ਇੱਕ ਪਟੀਸ਼ਨ ਪਾਈ ਗਈ ਸੀ। ਉਸ ਪਟੀਸ਼ਨ ਤੇ ਮਾਨਯੋਗ ਅਦਾਲਤ ਨੇ ਸੁਣਵਾਈ ਕੀਤੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪੰਜਾਬ ਭਾਜਪਾ ਆਗੂ ਜਗਜੀਤ ਸਿੰਘ ਸਿੱਧੂ ਦੇ ਵੱਲੋਂ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ CBI ਨੂੰ ਸੌਂਪਣ ਦੀ ਮੰਗ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕੀਤਾ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜੂਨ ਮਹੀਨੇ ਪੰਜਾਬ ਪੁਲਿਸ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਗ੍ਰਿਫਤਾਰ ਕਰਨ ਦੀ ਆਗਿਆ ਦੇ ਦਿੱਤੀ ਸੀ, ਟ੍ਰਾਂਜ਼ਿਟ ਰਿਮਾਂਡ ਦੇ ਦਿੱਤਾ ਸੀ। ਇਹਦੇ ਨਾਲ ਹੀ ਸੁਪਰੀਮ ਕੋਰਟ ਨੇ ਟ੍ਰਾਂਜ਼ਿਟ ਅਰਜ਼ੀਆਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਸੀ। ਹੁਣ ਦੇਖਣਾ ਹੋਏਗਾ ਕਿ ਜਿਹੜੀ ਅਗਲੀ ਪੇਸ਼ੀ ਪਾਈ ਹੈ ਉਹਦੇ ਉੱਤੇ ਸਾਰਾ ਬਿਊਰਾ ਦਿੱਤਾ ਜਾਏਗਾ, ਤੇ ਹਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਉਹਦੀਆਂ ਹੋਰ ਪੇਸ਼ੀਆਂ ਪੈ ਸਕਦੀਆਂ ਨੇ, ਕਿੱਥੇ-ਕਿੱਥੇ ਉਹਨੂੰ ਪੁੱਛਗਿੱਛ ਵਾਸਤੇ ਲਿਜਾਂਦਾ ਜਾ ਸਕਦਾ ਹੈ। ਦੱਸਣਾ ਬਣਦਾ ਕਿ ਸਭ ਤੋਂ ਪਹਿਲਾਂ ਮਾਨਸਾ ਪੁਲਿਸ ਟ੍ਰਾਂਜ਼ਿਟ ਰਿਮਾਂਡ ਤੇ ਲਿਆਈ ਸੀ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ। ਤੁਹਾਡੇ ਨਾਲ ਉਸ ਦਿਨ ਵੀ ਗੱਲ ਸਾਂਝੀ ਕੀਤੀ ਸੀ ਕਿ ਬਹੁਤ ਸਾਰੇ ਕੇਸ ਪੈਂਡਿੰਗ ਪਏ ਨੇ ਔਰ ਕਈਆਂ ਵਿੱਚ ਉਸ ਨੂੰ ਨਾਮਜ਼ਦ ਕਰ ਲਿਆ ਜਾਏਗਾ,
ਤਾਂ ਕਿ ਲੰਬੇ ਸਮੇਂ ਤੱਕ ਉਸ ਨੂੰ ਪੰਜਾਬ ਵਿੱਚ ਰੱਖਿਆ ਜਾ ਸਕੇ। ਵੇਖਦੇ ਹਾਂ ਕਿ ਮਾਨਯੋਗ ਅਦਾਲਤ ਦੇ ਵਿੱਚ ਕੀ ਦੱਸਿਆ ਜਾਂਦਾ ਹੈ ਪੁਲਿਸ ਵੱਲੋਂ। ਤੇ ਆ ਸੱਚਮੁੱਚ ਨਿੰਦਣਯੋਗ ਖਬਰ ਹੈ ਜਿਹੜੀ ਅਗਲੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਮਹਿਲਾ ਵਿਧਾਇਕ ਨੇ, ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ। ਕੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਵਿਧਾਇਕਾ ਬਲਜਿੰਦਰ ਕੌਰ ਨੂੰ ਉਹਨਾਂ ਦੇ ਪਤੀ ਦੇ ਵੱਲੋਂ ਥੱਪੜ ਮਾਰਿਆ ਜਾ ਰਿਹਾ ਹੈ। ਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਕੋਲ ਵੀ ਪਹੁੰਚ ਗਿਆ ਹੈ। ਦੱਸਿਆ ਜਾ ਰਿਹਾ ਕਿ ਵੀਡੀਓ ਤਾਜ਼ੀ ਨਹੀਂ, ਤਕਰੀਬਨ 2 ਮਹੀਨੇ ਪੁਰਾਣੀ ਵੀਡੀਓ ਦੱਸੀ ਜਾ ਰਹੀ ਹੈ ਤੇ ਵੀਡੀਓ 10 ਜੁਲਾਈ ਦਾ ਦੱਸਿਆ ਜਾ ਰਿਹਾ ਹੈ, ਜਿਸ ਦੇ ਵਿੱਚ ਤਲਵੰਡੀ ਸਾਬੋ ਤੋਂ ਆਪ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੇ ਪਤੀ ਉਹਨਾਂ ਨਾਲ ਪਹਿਲਾਂ ਖਹਿਬੜਦੇ ਹੈ, ਬਹਿਸਬਾਜ਼ੀ ਕਰਦੇ ਹੈ ਤੇ ਬਾਅਦ ਦੇ ਵਿੱਚ ਤੈਸ਼ 'ਚ ਆ ਕੇ ਥੱਪੜ ਮਾਰਦੇ ਨਜ਼ਰ ਆ ਰਹੇ ਹੈ। ਇਹਨੂੰ ਲੈ ਕੇ ਡਾਕਟਰ ਬਲਜੀਤ ਕੌਰ ਹੋਰਾਂ ਨੇ ਕਿਹਾ ਕਿ ਘਰੇਲੂ ਹਿੰਸਾ ਦੇ ਇਸ ਮਾਮਲੇ ਦੇ ਵਿੱਚ ਕਹਿੰਦੀ ਮੈਂ ਉਮੀਦ ਕਰਦੀ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਕਾਰਵਾਈ ਕਰਨ ਤੇ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉਹ ਕਹਿੰਦੇ ਜੇਕਰ ਇਸ ਮਾਮਲੇ ਦੇ ਵਿੱਚ ਮੇਰੇ ਵਿਭਾਗ ਨੂੰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਸਖਤ ਕਾਰਵਾਈ ਕੀਤੀ ਜਾਊਗੀ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕਾ ਬਲਜਿੰਦਰ ਕੌਰ ਦਾ ਆਪਣੇ ਪਤੀ ਨਾਲ ਇਹਨਾਂ ਦਿਨਾਂ 'ਚ ਝਗੜਾ ਚੱਲ ਰਿਹਾ ਹੈ ਤੇ ਵਿਧਾਇਕਾ ਇਸੇ ਕਰਕੇ ਪਰੇਸ਼ਾਨ ਦੱਸੇ ਜਾ ਰਹੇ ਨੇ। ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਪ੍ਰੋਫੈਸਰ ਬਲਜਿੰਦਰ ਕੌਰ ਇਸ ਘਟਨਾ ਤੋਂ ਬਾਅਦ ਆਪਣੇ ਪੇਕੇ ਪਿੰਡ ਜੱਗਾ ਰਾਮ ਤੀਰਥ ਵਿੱਚ ਚਲੇ ਗਏ ਹੈ ਅਤੇ ਵਿਧਾਇਕਾ ਦਾ ਫੋਨ ਵੀ ਬੰਦ ਸੀ। ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਦੇ ਭਰਾ ਉਦੈਦੀਪ ਸਿੰਘ ਨੇ ਕਿਹਾ ਹੈ ਕਿ ਇਹ ਮਾਮਲਾ ਕੁਝ ਹਫ਼ਤੇ ਪੁਰਾਣਾ ਹੈ। ਬਲਜਿੰਦਰ ਕੌਰ ਨੂੰ ਅਸੀਂ ਆਪਣੇ ਪਿੰਡ ਆਪਣੇ ਘਰ ਲੈ ਆਏ ਸੀ, ਪੁਲਿਸ ਨੂੰ ਹਾਲੇ ਕਹਿੰਦੇ ਅਸੀਂ ਕੋਈ ਸ਼ਿਕਾਇਤ ਦਿੱਤੀ ਨਹੀਂ, ਅੱਗੇ ਕੀ ਕਰਨਾ ਹੈ ਇਹਨੂੰ ਲੈ ਕੇ ਪਰਿਵਾਰ ਹਾਲੇ ਵਿਚਾਰ ਵਟਾਂਦਰਾ ਕਰ ਰਿਹਾ ਹੈ। ਤੁਸੀਂ ਦੇਖੋ, ਹੋ ਸਕਦਾ ਕਿ ਕਿਸੇ ਚੀਜ਼ ਨੂੰ ਲੈ ਕੇ ਇੱਕ ਮਤ ਦੋਵੇਂ ਮੀਆਂ ਬੀਵੀ ਨਾ ਹੋਣ, ਪਰ ਜਨਤਕ ਤੌਰ ਤੇ ਥੱਪੜ ਮਾਰਨਾ, ਅੰਦਰ ਵੜ ਕੇ ਵੀ ਥੱਪੜ ਕਿਉਂ ਮਾਰਿਆ ਜਾਵੇ। ਇੱਕ ਪਾਸੇ ਤਾਂ ਅਸੀਂ ਉਦਾਹਰਨਾਂ ਦਿੰਦੇ ਹਾਂ ਕਿ ਨਾ ਭਾਈ ਬਰਾਬਰਤਾ ਦੀਆਂ ਗੱਲਾਂ ਕਰਦੇ ਹਾਂ ਤੇ ਦੂਸਰੇ ਪਾਸੇ ਅਸੀਂ ਹੱਥ ਚੁੱਕਣ ਤੋਂ ਗੁਰੇਜ਼ ਨਹੀਂ ਕਰਦੇ। ਜੇ ਹੁਣ ਇਹੀ ਹੱਥ ਕਿਸੇ ਔਰਤ ਨੇ ਮਰਦ ਤੇ ਚੁੱਕਿਆ ਹੁੰਦਾ ਤੇ ਗਾਹ ਪਿਆ ਹੋਣਾ ਸੀ। ਔਰ ਹੋ ਸਕਦਾ ਹੈ ਕਿ ਉਹੀ ਮਰਦ ਹੁਣ ਤੱਕ ਥਾਣੇ ਦਾ ਦਰਵਾਜ਼ਾ ਵੀ ਖੜਕਾ ਚੁੱਕਿਆ ਹੁੰਦਾ। ਪਰ ਫਿਰ ਕੀ ਮਹਿਲਾ ਦਾ ਚੁੱਪ ਕੀਤੇ ਜਾਣਾ ਜਾਇਜ਼ ਹੈ? ਕੀ ਸੱਚਮੁੱਚ ਇਹਨੂੰ ਕਿਸੇ ਵੀ ਤਰੀਕੇ ਨਾਲ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਜਿਹੜੀ ਗੱਲ ਜ਼ੁਬਾਨ ਨਾਲ ਕੀਤੀ ਜਾ ਸਕਦੀ, ਥੱਪੜ ਦੀ ਕੀ ਜ਼ਰੂਰਤ ਉੱਥੇ? ਸੱਚਮੁੱਚ ਘਟਨਾ ਨਿੰਦਣਯੋਗ ਹੈ, ਪਰ ਪਿੱਛੇ ਦੇ ਕਾਰਨ ਕੀ ਰਹੇ? ਪਰ ਇੰਨਾ ਕੁ ਸੱਚ ਜ਼ਰੂਰ ਸਾਹਮਣੇ ਆ ਗਿਆ ਕਿ ਇਹ 10 ਜੁਲਾਈ ਦਾ ਵੀਡੀਓ ਹੈ। ਇਹ ਵੀ ਸੱਚ ਸਾਹਮਣੇ ਆ ਗਿਆ ਕਿ ਉਹਨਾਂ ਦੇ ਆਪਸ ਦੇ ਵਿੱਚ ਤਕਰਾਰ ਨੇ ਤੇ ਇੰਨਾ ਕੁ ਵੀ ਪਤਾ ਲੱਗ ਗਿਆ ਕਿ ਇਸ ਵਕਤ ਉਹ ਆਪਣੇ ਪੇਕੇ ਘਰ ਨੇ, ਪਰ ਪਰਿਵਾਰ ਨੇ ਹਾਲੇ ਤੱਕ ਇਹ ਗੱਲ ਲੁਕੋ ਕੇ ਕਿਉਂ ਰੱਖੀ? ਜੇ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਆਪਣੇ ਹੱਕਾਂ ਅਧਿਕਾਰਾਂ ਵਾਸਤੇ ਵੀ ਜੂਝਣਾ ਚਾਹੀਦਾ ਹੈ। ਸੋ ਵੇਖਦੇ ਹਾਂ, ਭਾਵੇਂ ਮਸਲਾ ਉਹਨਾਂ ਦਾ ਆਪਣਾ ਪਰਿਵਾਰਕ ਹੈ ਪਰ ਹੁਣ ਪਰਿਵਾਰਕ ਨਹੀਂ ਰਿਹਾ। ਇਹਦੇ ਉੱਤੇ ਪ੍ਰੋਫੈਸਰ ਸਾਹਿਬਾ ਕਦੋਂ ਚੁੱਪ ਤੋੜਦੇ ਹੈ ਤੇ ਦੂਸਰੇ ਪਾਸੇ ਉਹਨਾਂ ਦੇ ਪਤੀ ਪਰਮੇਸ਼ਰ ਇਹਦੇ ਉੱਤੇ ਆਪਣੀ ਕੀ ਪ੍ਰਤੀਕਿਰਿਆ ਦਿੰਦੇ ਆ, ਕਿਉਂਕਿ ਹੁਣ ਮਸਲਾ ਖੁੱਲ ਗਿਆ। ਅਗਲਾ ਦਰਅਸਲ ਨਜਾਇਜ਼ ਮਾਈਨਿੰਗ ਨੂੰ ਲੈ ਕੇ ਲਗਾਤਾਰ ਪੰਜਾਬ ਚਰਚਾ 'ਚ ਰਿਹਾ ਹੈ। ਪੰਜਾਬ ਦੇ ਵਿੱਚ ਆਪ ਸਰਕਾਰ ਆਈ ਹੈ, ਇਹਨਾਂ ਨੇ ਵੀ ਆਖਿਆ ਸੀ ਕਿ ਭਾਵੇਂ ਰੇਤਾ ਹੋਵੇ ਭਾਵੇਂ ਬਜਰੀ ਹੋਵੇ, ਆਮ ਲੋਕਾਂ ਨੂੰ ਸਸਤੇ ਭਾਅ ਤੇ ਮੁਹੱਈਆ ਕਰਵਾਵਾਂਗੇ, ਪਰ ਹਾਲ ਦੀ ਘੜੀ ਸਸਤੀ ਮਿਲ ਨਹੀਂ ਰਹੀ। ਪਰ ਹੁਣ ਸਰਕਾਰ ਕਹਿੰਦੀ ਹੈ ਕਿ ਅਸੀਂ ਵਾਅਦਾ ਕੀਤਾ ਸੀ ਸਸਤੇ ਭਾਅ ਤੇ ਦੇਵਾਂਗੇ, ਇਸ ਵਾਸਤੇ ਨਿੱਜੀ ਜ਼ਮੀਨ ਖੱਡਾਂ ਉੱਥੇ ਵੀ ਬਣਾਈਆਂ ਜਾ ਸਕਣਗੀਆਂ। ਭਾਵ ਤੁਸੀਂ ਆਪਣੀ ਜ਼ਮੀਨ ਉੱਤੇ ਵੀ ਇਹ ਮਾਈਨਿੰਗ ਵਾਸਤੇ ਖੱਡਾਂ ਦੀ ਪਹਿਚਾਣ ਕਰਵਾ ਸਕੋਗੇ ਤੇ ਉਹਨਾਂ ਦੀ ਪਹਿਚਾਣ ਕਰਨ ਵਾਸਤੇ ਪ੍ਰਵਾਨਗੀ ਦੇਣ ਦਾ ਫੈਸਲਾ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਸੰਬੰਧਿਤ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਨੇ। ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਰੇਤਾ ਬਜਰੀ ਦੀਆਂ ਨਵੀਆਂ ਖੱਡਾਂ ਨੂੰ ਪ੍ਰਵਾਨਗੀ ਦੇਣ ਦੇ ਵਾਸਤੇ ਜ਼ਮੀਨ ਮਾਲਕ ਖੱਡਾਂ ਦੀ ਸਵੈ ਪਹਿਚਾਣ ਕਰਕੇ ਜ਼ਮੀਨ ਦੀ ਮਾਲਕੀ ਨਾਲ ਸੰਬੰਧਿਤ ਜਿਹੜੇ ਦਸਤਾਵੇਜ਼ ਨੇ ਉਹ ਸੰਬੰਧਿਤ ਇਲਾਕੇ ਦੇ ਕਾਰਜਕਾਰੀ ਇੰਜੀਨੀਅਰ ਕੰਮ ਜ਼ਿਲ੍ਹਾ ਮਾਈਨਿੰਗ ਦੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਹੈ। ਹਰਜੋਤ ਬੈਂਸ ਹੋਰਾਂ ਨੇ ਇਹ ਵੀ ਕਿਹਾ ਕਿ ਨਵੀਆਂ ਖੱਡਾਂ ਸੰਬੰਧੀ ਜਿਹੜੀਆਂ ਅਰਜ਼ੀਆਂ ਨੇ ਬਿਨੇ ਪੱਤਰਾਂ ਦੀ ਘੋਖ, ਮੁਲਾਂਕਣ, ਮੌਕੇ ਦਾ ਨਿਰੀਖਣ ਸਬ ਡਿਵੀਜ਼ਨਲ ਕਮੇਟੀ ਵੱਲੋਂ ਕੀਤਾ ਜਾਏਗਾ। ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਨਵੀਆਂ ਖੱਡਾਂ ਨੂੰ ਜ਼ਿਲ੍ਹਾ ਸਰਵੇ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਏਗਾ। ਉਹਨਾਂ ਦੱਸਿਆ ਕਿ ਇਸ ਸੰਬੰਧੀ ਹੋਰ ਜੇਕਰ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਵਿਭਾਗ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਹਰਜੋਤ ਬੈਂਸ ਹੋਰਾਂ ਨੇ ਇਹ ਗੱਲ ਵੀ ਆਖੀ ਕਿ ਵਿਭਾਗ ਦੇ ਇਸ ਫੈਸਲੇ ਦੇ ਨਾਲ ਲੋਕਾਂ ਨੂੰ ਜਲਦ ਸਸਤੇ ਭਾਅ ਤੇ ਰੇਤਾ ਬਜਰੀ ਮਿਲਣੀ ਸ਼ੁਰੂ ਹੋ ਜਾਵੇਗੀ। ਹੁਣ ਵੇਖਦੇ ਹਾਂ ਕਿ ਕਿੰਨੇ ਕੁ ਲੋਕ ਇਹਦੇ 'ਚ ਇੰਟਰਸਟ ਦਿਖਾਉਂਦੇ ਆ, ਜਾਂ ਇਹ ਜੋ ਆਖਿਆ ਜਾ ਰਿਹਾ ਹੈ
ਇਹ ਪ੍ਰਣਾਲੀ ਕਿੰਨੀ ਕੁ ਸਹਾਇਕ ਸਿੱਧ ਹੁੰਦੀ ਹੈ ਰੇਤਾ ਤੇ ਬਜਰੀ ਨੂੰ ਸਸਤੀ ਕਰਨ ਦੇ ਵਾਸਤੇ। ਤੇ ਇੱਕ ਹੋਰ ਵੱਡਾ ਘੁਟਾਲਾ, ਪੰਜਾਬ ਮੈਨੂੰ ਲੱਗਦਾ ਕਿ ਘੁਟਾਲਿਆਂ ਦੀ ਧਰਤੀ ਬਣ ਕੇ ਰਹਿ ਗਿਆ ਹੈ। ਕਰੋੜਾਂ ਰੁਪਏ ਦੀ ਜ਼ਮੀਨ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਹੜੱਪਣ ਵਾਲਾ ਇੱਕ ਭੂ ਮਾਫੀਆ, ਉਹਦੇ ਖਿਲਾਫ ਸ਼ਿਕੰਜਾ ਕੱਸਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਪੰਚਕੂਲਾ ਜ਼ਿਲ੍ਹੇ ਦੇ ਪਿੰਡ ਕੋਨਾ ਦੇ ਰਹਿਣ ਵਾਲੇ ਪ੍ਰਵੀਨ ਕੁਮਾਰ ਅਤੇ ਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਮਾਲ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮਿਲੀ ਭੁਗਤ ਕਰਕੇ ਐਸਐਸ ਨਗਰ ਮੋਹਾਲੀ ਦੇ ਵਿੱਚ ਪੈਂਦਾ ਪਿੰਡ ਮਾਜਰੀਆਂ ਪਿੰਡ ਦੀ ਲਗਭਗ 558 ਏਕੜ ਜ਼ਮੀਨ ਜਿਹੜੀ ਸ਼ਾਮਲਾਟ ਹੈ, ਉਹਦੇ ਇੰਤਕਾਲ ਸੰਬੰਧੀ ਮਾਲ ਰਿਕਾਰਡ ਨਾਲ ਛੇੜਛਾੜ ਕਰਨ ਦੇ ਦੋਸ਼ੀ ਹੈ। ਕਈ ਹੋਰ ਲੋਕ ਵੀ ਸੀ, ਪਰ ਇਹ ਹੁਣ ਦੋ ਜਿਹੜੇ ਗ੍ਰਿਫਤਾਰ ਕੀਤੇ, ਕਈਆਂ ਦੀਆਂ ਗ੍ਰਿਫਤਾਰੀਆਂ ਪਹਿਲਾਂ ਹੋ ਚੁੱਕੀਆਂ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਪਿੰਡ ਮਾਜਰੀਆਂ, ਸਬ ਤਹਿਸੀਲ ਮਾਜਰੀ, ਤਹਿਸੀਲ ਖਰੜ, ਜ਼ਿਲ੍ਹਾ ਐਸਐਸ ਨਗਰ ਦੇ ਮਾਲ ਰਿਕਾਰਡ ਦੇ ਨਾਲ ਕੀਤੀ ਛੇੜਛਾੜ ਸੰਬੰਧੀ 2019 ਦੇ ਵਿੱਚ ਮੋਹਾਲੀ ਦੇ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਨੰਬਰ ਸੀ 370। ਜਦੋਂ ਉਹਦੀ ਜਾਂਚ ਕੀਤੀ ਗਈ, ਪੜਤਾਲ ਕੀਤੀ ਗਈ, ਤਾਂ ਪਤਾ ਲੱਗਿਆ ਕਿ ਸਬ ਤਹਿਸੀਲ ਮਾਜਰੀ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਨਿੱਜੀ ਵਿਅਕਤੀਆਂ ਕੁਝ ਪ੍ਰਾਪਰਟੀ ਡੀਲਰਾਂ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈਪੀਸੀ ਦੀਆਂ ਧਾਰਾਵਾਂ ਕਈ ਲਾਈਆਂ ਗਈਆਂ ਸੀ। ਇਹਨਾਂ ਵਿੱਚ 409, 420, 465, 467, 468, 471, 477 A, 201 ਅਤੇ 120B। ਉਹਨਾਂ ਦੱਸਿਆ ਕਿ FIR ਨੰਬਰ 6 8 ਮਈ ਤੇ 2021 ਨੂੰ ਥਾਣਾ ਮੋਹਾਲੀ ਦੇ ਵਿੱਚ ਇੱਕ ਅਪਰਾਧਿਕ ਮੁਕੱਦਮੇ ਦੇ ਵਜੋਂ ਦਰਜ ਕੀਤੀ ਗਈ। ਉਹਨਾਂ ਦੱਸਿਆ ਕਿ ਜਦੋਂ ਇਹ ਜਾਂਚ ਕੀਤੀ ਗਈ, ਤਫਤੀਸ਼ ਕੀਤੀ ਗਈ, ਗੱਲ ਸਾਹਮਣੇ ਆਈ ਕਿ ਦੋਸ਼ੀ ਵਿਅਕਤੀ ਜਿਹੜਾ ਵੀਰ ਸਿੰਘ ਹੈ, ਜਿਸ ਦਾ ਪਿੰਡ ਕੋਨਾ ਜ਼ਿਲ੍ਹਾ ਪੰਚਕੂਲਾ ਹੈ, ਉਹਨੇ ਪਿੰਡ ਮਾਜਰੇ ਦੀ 17 ਏਕੜ ਜ਼ਮੀਨ ਧੋਖੇ ਨਾਲ ਪਹਿਲਾਂ ਤਾਂ ਆਪਣੇ ਨਾਂ ਕਰਵਾਈ, ਫਿਰ ਅੱਗੇ ਜਨਰਲ ਪਾਵਰ ਅਟਾਰਨੀ ਦੇ ਰਾਹੀਂ ਵੱਖ-ਵੱਖ ਵਿਅਕਤੀ ਨੂੰ ਅੱਗੇ ਵੇਚ ਵੀ ਦਿੱਤਾ। ਇਸੇ ਤਰ੍ਹਾਂ ਦੂਸਰਾ ਦੋਸ਼ੀ ਹੈ ਪ੍ਰਵੀਨ ਕੁਮਾਰ, ਪਿੰਡ ਇਹਦਾ ਵੀ ਕੋਨਾ ਜ਼ਿਲ੍ਹਾ ਪੰਚਕੂਲਾ ਹੈ। ਇਹਨੇ 80 ਕਨਾਲ ਜ਼ਮੀਨ ਦੀ GPA ਫਰਜ਼ੀ ਵਿਅਕਤੀ ਕਮਲਜੀਤ ਸਿੰਘ ਪੁੱਤਰ ਅਮਰੀਕ ਸਿੰਘ ਦੇ ਨਾਂ ਤੇ ਬਣਾਈ, ਜਿਸ ਬਾਰੇ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ। ਅਤੇ ਉਹਨੂੰ ਅੱਗੇ ਫਿਰ ਵੱਖ-ਵੱਖ ਵਿਅਕਤੀਆਂ ਨੂੰ ਇਹਨੇ ਵੇਚਿਆ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਦੇ ਦੌਰਾਨ ਇਹ ਵੀ ਗੱਲ ਪਤਾ ਲੱਗੀ ਕਿ ਇੰਤਕਾਲ ਸੰਬੰਧੀ ਮਾਲ ਰਿਕਾਰਡ ਦੇ ਵਿੱਚ 3159 ਜਿਹੜਾ ਮਾਲ ਰਿਕਾਰਡ ਨੰਬਰ ਹੈ ਅਤੇ ਨਾਲ 21 ਮਈ ਤੇ 2004 ਤਹਿਤ ਛੇੜਛਾੜ ਕੀਤੀ ਗਈ, ਜਿਸ ਨੂੰ ਪਿੰਡ ਮਾਜਰੀਆਂ ਦੇ ਵਸਨੀਕਾਂ ਦੇ ਵੱਲੋਂ ਆਪਣੀ ਜ਼ਮੀਨ 'ਚ ਵੰਡ ਲਈ ਦਰਜ ਕਰਵਾਇਆ ਗਿਆ ਸੀ ਅਤੇ ਉਹ ਤਤਕਾਲੀ ਕੰਸੋਲੀਡੇਸ਼ਨ ਅਫਸਰ ਮੋਹਾਲੀ ਦੇ ਵੱਲੋਂ ਇੰਤਕਾਲ ਨੰਬਰ 2026 ਜੋ ਕਿ 7 ਮਈ 1991 ਦੇ ਅਨੁਸਾਰ ਅਸਲ ਮਾਲਕ ਸਨ। ਪਰ ਦੋਸ਼ੀ ਪ੍ਰਾਪਰਟੀ ਡੀਲਰਾਂ ਨੇ ਮਾਲ ਅਧਿਕਾਰੀਆਂ ਨਾਲ ਮਿਲੀ ਭੁਗਤ ਕੀਤੀ, ਮਿਲੀ ਭੁਗਤ ਕਰਕੇ ਧੋਖੇ ਨਾਲ ਇਸ ਜ਼ਮੀਨ ਦਾ ਇੰਤਕਾਲ ਬਦਲਿਆ, ਜਿਸ ਦੇ ਵਿੱਚ 14 ਵਿਅਕਤੀਆਂ ਨੂੰ ਪਿੰਡ ਮਾਜਰੀਆਂ ਦੀ 558 ਏਕੜ ਜ਼ਮੀਨ ਦੇ ਮਾਲਕ ਦਿਖਾ ਦਿੱਤਾ ਗਿਆ। ਅਸਲ 'ਚੋਂ ਮਾਲਕ ਨਹੀਂ ਸੀ। ਜਾਂਚ ਦੇ ਦੌਰਾਨ ਜਿਹੜੀ ਹੈਰਾਨੀਜਨਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਹਨਾਂ 14 ਵਿਅਕਤੀਆਂ ਦੇ ਵਿੱਚੋਂ 12 ਵਿਅਕਤੀ ਬਿਲਕੁਲ ਫਰਜ਼ੀ, ਨਾ ਤਾਂ ਉਸ ਪਿੰਡ ਦੇ ਨੇ ਉਹ, ਨਾ ਉਸ ਨਾਂ ਦਾ ਕੋਈ ਬੰਦਾ ਮਿਲਿਆ, ਨਾ ਉੱਥੋਂ ਦੇ ਉਹ ਕੋਈ ਕਾਸ਼ਤਕਾਰ ਸੀ। 12 ਵਿਅਕਤੀਆਂ ਦੇ ਨਾਮ ਐਵੇਂ ਹੀ ਪਾ ਦਿੱਤੇ ਗਏ। ਬਾਕੀ ਜਿਹੜੇ 2 ਵਿਅਕਤੀ ਨੇ ਉਹ ਪਿੰਡ ਮਾਜਰੇ ਦੇ ਵਸਨੀਕ ਨੇ ਅਤੇ ਥੋੜੀ ਜ਼ਮੀਨ ਦੇ ਮਾਲਕ ਸੀ। ਪਰ ਮੁਜਰਮ ਮਾਲ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੀ ਜ਼ਮੀਨ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਇਹਦੇ ਤੋਂ ਇਲਾਵਾ ਫਿਰ 8 ਜੂਨ 2014 ਅਤੇ 19 ਜੂਨ 2014 ਨੂੰ ਲਗਭਗ 578 ਏਕੜ ਜ਼ਮੀਨ ਧੋਖੇ ਨਾਲ ਇਸ ਤਰ੍ਹਾਂ ਦੇ ਵਿਅਕਤੀਆਂ ਦੇ ਨਾਮ ਦੇ ਉੱਤੇ ਤਬਦੀਲ ਕਰ ਦਿੱਤੀ ਗਈ। ਅਸਲ ਦੇ ਵਿੱਚ ਜਿਹੜੇ ਉਸ ਜ਼ਮੀਨ ਦੇ ਮਾਲਕ ਹੀ ਹੈ ਨਹੀਂ ਸੀ। ਉਹਨਾਂ ਦੱਸਿਆ ਕਿ ਇਸ ਕੇਸ ਦੇ ਵਿੱਚ ਕੁਝ ਮਾਲ ਅਧਿਕਾਰੀਆਂ, ਕੁਝ ਆਮ ਵਿਅਕਤੀਆਂ, ਕੁਝ ਪ੍ਰਾਈਵੇਟ ਜਿਹੜੇ ਡੀਲਰ ਸੀ, ਉਹਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ ਆਹ ਹੁਣ 2 ਵਿਅਕਤੀ ਜਿਹੜੇ ਹੋਰ ਦੋਸ਼ੀ ਸਨ, ਮੁਲਜ਼ਮ ਸਨ, ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇਹਨਾਂ ਦਾ ਰਿਮਾਂਡ ਲੈ ਕੇ ਹੁਣ ਅਗਲੀ ਪੁੱਛਗਿੱਛ ਇਹਨਾਂ ਕੋਲੋਂ ਕੀਤੀ ਜਾਏਗੀ। ਤੁਸੀਂ ਦੇਖੋ ਕਿ ਸੈਂਕੜੇ ਏਕੜ ਜ਼ਮੀਨ ਜਿਹੜੀ ਸ਼ਾਮਲਾਟ ਦੀ ਸੀ, ਇੰਜ ਨੱਪ ਗਏ। ਬਹੁਤ ਹੈਰਾਨੀਜਨਕ ਖਬਰਾਂ ਮਿਲ ਰਹੀਆਂ ਨੇ। ਜਿਉਂ-ਜਿਉਂ ਪਰਤਾਂ ਖੁੱਲ ਰਹੀਆਂ ਨੇ ਔਰ ਤੱਥ ਹੈਰਾਨੀਜਨਕ ਨਿਕਲ ਕੇ ਸਾਹਮਣੇ ਆ ਰਹੇ ਨੇ। ਹੁਣ ਗੱਲ ਕਰਦੇ ਹਾਂ ਆਪਾਂ ਬਾਈਬਲ ਕਲਾਂ ਕਾਂਡ ਦੀ। ਬਾਈਬਲ ਕਲਾਂ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਇਕੱਠ ਕੀਤਾ, ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।
ਬੇਅਦਬੀ ਅਤੇ ਗੋਲੀ ਕਾਂਡ ਦੇ ਜਿਹੜੇ ਦੋਸ਼ੀ ਨੇ, ਜਿਹੜੇ ਉਹ ਸਾਜ਼ਿਸ਼ ਦੇ ਵਿੱਚ ਸ਼ਾਮਲ ਨੇ, ਉਹਨਾਂ ਵਿਅਕਤੀਆਂ ਦੇ ਖਿਲਾਫ ਇੱਥੇ ਫੈਸਲਾ ਕੀਤਾ ਗਿਆ ਹੈ ਕਿ ਜਿੰਨੀ ਦੇਰ ਤੱਕ ਉਹਨਾਂ ਦੇ ਖਿਲਾਫ ਮੁਕੰਮਲ ਰੂਪ ਦੇ ਵਿੱਚ ਕਾਰਵਾਈ ਨਹੀਂ ਹੋ ਜਾਂਦੀ, ਉਨੀ ਦੇਰ ਤੱਕ ਇਹ ਬਹਿਬਲ ਕਲਾਂ ਦੇ ਵਿੱਚ ਲੱਗਿਆ ਮੋਰਚਾ ਜਾਰੀ ਰਹੇਗਾ। ਤੇ 16 ਸਤੰਬਰ ਤੇ 2022 ਦਿਨ ਸ਼ੁੱਕਰਵਾਰ ਨੂੰ ਇਸੇ ਸਥਾਨ ਤੇ ਫਿਰ ਸਹਿਜ ਪਾਠ ਦੇ ਭੋਗ ਉਪਰੰਤ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਮੂਲੀਅਤ ਕਰਨਗੇ ਅਤੇ ਉਹਦੇ ਤੋਂ ਬਾਅਦ ਅਗਲਾ ਸੰਘਰਸ਼ ਕੀ ਹੋਏਗਾ ਉਹਦੀ ਰੂਪਰੇਖਾ ਤੇ ਵਿਚਾਰ ਕਰਨਗੇ। ਤੇ ਇਸ ਮੌਕੇ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ, ਐਡਵੋਕੇਟ ਹਰਪਾਲ ਸਿੰਘ ਖਾਰਾ ਤੇ ਕਈ ਹੋਰ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਨਾਲ-ਨਾਲ ਬਹਿਬਲ ਮੋਰਚਾ ਇਹ ਵੀ ਯਕੀਨੀ ਬਣਾਉਣ ਦਾ ਇਤਿਹਾਸ ਸਿਰਜੂ ਕਿ ਭਵਿੱਖ ਦੇ ਵਿੱਚ ਕਦੇ ਵੀ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਦੀ ਘਟਨਾ ਨਾ ਵਾਪਰੇ। ਉਹਨਾਂ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਤੋਂ ਜਿਹੜਾ ਸਮਰਥਨ ਮਿਲਿਆ, ਉਹਦੇ ਬਦਲੇ ਉਹਨਾਂ ਜਥੇਬੰਦੀਆਂ ਦਾ ਤੇ ਉਹਨਾਂ ਦੇ ਆਗੂਆਂ ਦਾ ਧੰਨਵਾਦ ਵੀ ਕੀਤਾ। ਵੇਖਦੇ ਹਾਂ, ਜਾਂਚ ਲਗਾਤਾਰ ਚੱਲ ਰਹੀ ਹੈ। ਸਿੱਟ ਨੇ ਸੁਖਬੀਰ ਬਾਦਲ ਨੂੰ ਤੋਂ ਵੱਖ-ਵੱਖ ਜਿਹੜੀਆਂ ਸਿੱਟ ਟੀਮਾਂ ਬਣੀਆਂ ਨੇ, ਜਾਂਚ ਵਾਸਤੇ ਸੱਦਿਆ ਹੋਇਆ ਹੈ। ਜਾਂਚ ਅੱਗੇ ਵਧ ਰਹੀ ਹੈ ਕਿ ਕੌਣ ਦੋਸ਼ੀ ਗਰਦਾਨਿਆ ਜਾਂਦਾ ਤੇ ਸਜ਼ਾਵਾਂ ਕਦੋਂ ਸੁਣਾਈਆਂ ਜਾਂਦੀਆਂ ਨੇ। ਇਸ ਕੇਸ ਦੇ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ। ਅਗਲੀ ਸੱਚ ਵਿੱਚ ਬੜੀ ਮੰਦਭਾਗੀ ਖਬਰ ਹੈ। ਗੜ੍ਹ ਸ਼ੰਕਰ ਦੇ ਨੇੜੇ ਪੈਂਦਾ ਪਿੰਡ ਚੱਕ ਫੁੱਲੂ ਦੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਤੇ ਮੌਤ ਸੱਪ ਦੇ ਲੜਨ ਕਾਰਨ ਹੋਈ ਹੈ। ਜਾਣਕਾਰੀ ਦੇ ਅਨੁਸਾਰ ਮ੍ਰਿਤਕ 7 ਭੈਣਾਂ ਦਾ ਇਕਲੌਤਾ ਭਰਾ ਸੀ। ਪਿੰਡ ਚੱਕ ਫੁੱਲੂ ਦਾ ਨੌਜਵਾਨ ਉਮਰ 22 ਵਰੇ ਅਤੇ ਨਾਮ ਇਸ ਨੌਜਵਾਨ ਦਾ ਅਜੇ ਪੁੱਤਰ ਜਗਦੀਸ਼ ਕੁਮਾਰ ਪਿੰਡ ਅਲੀਪੁਰ ਉੱਥੇ ਛਿੰਝ ਦੇਖਣ ਚਲਾ ਗਿਆ। ਦੇਰ ਹੋ ਗਈ, ਆਪਣੇ ਰਿਸ਼ਤੇਦਾਰਾਂ ਦੇ ਘਰ ਰਾਤ ਨੂੰ ਉੱਥੇ ਹੀ ਪੈ ਗਿਆ। ਅੱਧੀ ਰਾਤ ਦੇ ਤਕਰੀਬਨ 2 ਵਜੇ ਸੀ, ਇੱਕ ਜ਼ਹਿਰੀਲਾ ਸੱਪ ਉਹਦੀ ਪੈਂਟ 'ਚ ਆ ਵੜਦਾ ਹੈ। ਨੌਜਵਾਨ ਨੂੰ ਜਾਗ ਆ ਜਾਂਦੀ ਹੈ ਤੇ ਨੌਜਵਾਨ ਦਲੇਰੀ ਦੇ ਨਾਲ ਸੱਪ ਨੂੰ ਪੂੰਛ ਤੋਂ ਫੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤੇ ਸੱਪ ਇਸ ਨੌਜਵਾਨ ਦੇ ਪੱਟ ਤੇ ਡੰਗ ਮਾਰ ਦਿੰਦਾ ਹੈ। ਸੱਪ ਲੜਨ ਤੋਂ ਬਾਅਦ ਵੀ ਅਜੇ ਨੇ ਦਲੇਰੀ ਨਹੀਂ ਛੱਡੀ। ਉਹਨੇ ਸੱਪ ਬਾਹਰ ਕੱਢਿਆ ਖਿੱਚ ਕੇ ਤੇ ਸੱਪ ਮਾਰ ਦਿੱਤਾ। ਅਜੇ ਨੂੰ ਪਹਿਲਾਂ ਨਵਾਂ ਸ਼ਹਿਰ ਫਿਰ ਬਲਾਚੌਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਪਰ ਉਸਦੀ ਹਾਲਤ ਗੰਭੀਰ ਹੁੰਦੀ ਗਈ। ਡਾਕਟਰਾਂ ਨੇ ਸੈਕਟਰ 32 ਚੰਡੀਗੜ੍ਹ ਵਾਸਤੇ ਉਸ ਨੂੰ ਰੈਫਰ ਕਰ ਦਿੱਤਾ ਗਿਆ, ਪਰ ਜਦੋਂ ਇਹਨੂੰ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਡਾਕਟਰਾਂ ਨੇ ਅਜੇ ਨੂੰ ਮ੍ਰਿਤਕ ਐਲਾਨ ਦਿੱਤਾ। ਪੂਰੇ ਪਿੰਡ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। 7 ਭੈਣਾਂ ਦਾ ਇਕਲੌਤਾ ਵੀਰ ਸੀ। ਸੋ ਦੋਸਤੋ, ਇਹ ਸਨ ਕੁਝ ਇੱਕ ਜਾਣਕਾਰੀਆਂ, ਕੁਝ ਇੱਕ ਖਬਰਾਂ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਜੇਕਰ ਚੰਗੀਆਂ ਲੱਗੀਆਂ, ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।